ਤੇ ਸਾਡੇ ਲਈ ਭਾਵੁਕ ਦਿਨ ਵੀ ਹੈ। ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜਦੋਂ ਲੋੜ ਸੀ, ਸਕੂਲ ਖਾਲੀ ਸੀ ਤਾਂ ਟੀਚਰ ਭਰਤੀ ਕੀਤੇ ਗਏ ਕੰਟਰੈਕਟਸ ਉੱਤੇ। ਬੜਾ ਲੰਬਾ ਸੰਘਰਸ਼ ਬਤੌਰ ਆਪੋਜੀਸ਼ਨ ਦੇ ਵਿੱਚ ਕਈ ਵਾਰੀ ਮੈਂ ਵੀ ਧਰਨਿਆਂ 'ਚ ਜਾ ਕੇ ਸਾਡੇ ਸਾਰੇ ਅੱਜ ਜੋ ਜਿੱਤੇ ਹੋਏ MLA ਸਾਹਿਬਾਨ ਹੈ ਜਾਂ ਮੰਤਰੀ ਸਾਹਿਬਾਨ ਹੈ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਫਿਰ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਅਸੀਂ ਉਹਨਾਂ ਸਾਰੇ ਧਰਨਿਆਂ 'ਚ ਗਏ ਤੇ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਦੀ ਗਰੰਟੀ ਸੀ, ਵਾਅਦਾ ਸੀ ਪੰਜਾਬ ਦੇ ਜਿੰਨੇ ਕੱਚੇ ਟੀਚਰਸ ਹੈ ਕਿ ਜਦੋਂ ਹੀ ਪੰਜਾਬ ਸਰਕਾਰ ਬਣਦੀ ਹੈ ਉਹਨਾਂ ਦੀ ਨੌਕਰੀਆਂ ਨੂੰ ਰੈਗੂਲਰਾਈਜ਼ ਕੀਤਾ ਜਾਊਗਾ। ਮੈਂ ਇਲੈਕਸ਼ਨ ਲੜਿਆ, ਮੈਨੂੰ ਨਹੀਂ ਪਤਾ ਸੀ ਕਿ ਮੈਂ ਸਿੱਖਿਆ ਮੰਤਰੀ ਬਣ ਜਾਊਂਗਾ। 3 ਮਹੀਨੇ ਪਹਿਲਾਂ ਮੈਨੂੰ ਮੇਰੇ ਮੁੱਖ ਮੰਤਰੀ ਨੇ ਪੰਜਾਬ ਦਾ ਸਭ ਤੋਂ ਅਹਿਮ ਮਹਿਕਮਾ ਸਿੱਖਿਆ ਮਹਿਕਮਾ ਦਿੱਤਾ ਤੇ ਮੈਂ ਅਕਸਰ ਜਦੋਂ ਵੀ ਗੱਲ ਕਰਦਾ ਆਪ ਸਭ ਦੇ ਨਾਲ ਵੀ ਜਾਂ ਕਿਤੇ ਵੀ ਤਕਰੀਰ ਦਿੰਦਾ ਤਾਂ ਮੈਨੂੰ ਇਹ ਅਹਿਸਾਸ ਹੋਇਆ ਜਿਸ ਦਿਨ ਮੈਂ ਸਿੱਖਿਆ ਮੰਤਰੀ ਬਣਿਆ ਉਸ ਦਿਨ ਵੀ ਮੈਨੂੰ ਮੁਬਾਰਕਾਂ ਘੱਟ ਤੇ ਚਿੰਤਾ ਵੱਧ, ਚਾਹੇ ਕੋਈ ਮੀਡੀਆ ਦੇ ਸਾਥੀ ਹੋਣ ਚਾਹੇ ਕੋਈ ਹਲਕੇ 'ਚ ਹੋਣ, ਕਹਿੰਦੇ ਲੈ ਹੁਣ ਤੂੰ ਧਰਨੇ ਵਾਲਾ ਮੰਤਰੀ ਬਣ ਜਾਊਗਾ। ਤੇ ਬੜਾ ਦੁੱਖ ਹੁੰਦਾ ਸੀ ਕਿ ਜਿਸ ਮਹਿਕਮੇ ਦੇ ਉੱਤੇ ਪੰਜਾਬ ਦਾ ਭਵਿੱਖ ਨਿਰਭਰ ਕਰਦਾ 28 ਲੱਖ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ, 40 ਲੱਖ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਸਿੱਖਿਆ ਮੰਤਰੀ ਦਾ ਕੰਮ ਹੈ ਪੰਜਾਬ ਦਾ ਭਵਿੱਖ ਬਣਾਉਣਾ ਤੇ ਉਸ ਮਹਿਕਮੇ ਨੂੰ ਸਿਰਫ ਧਰਨੇ ਵਾਲਾ ਮਹਿਕਮਾ ਸਮਝਿਆ ਗਿਆ। ਸਾਡੇ ਮੁੱਖ ਮੰਤਰੀ ਸਾਹਿਬ ਦਾ ਮੈਂ ਦੇਣਾ ਨਹੀਂ ਦੇ ਸਕਦਾ। ਇੱਕ ਕਮੇਟੀ ਬਣਾਈ ਜਿਸ ਦਾ ਮੈਂ ਮੈਂਬਰ ਹਾਂ, ਮੇਰੇ ਨਾਲ 2 ਹੋਰ ਮੇਰੇ ਮੰਤਰੀ ਸਾਥੀ। ਇਸੀ ਪੰਜਾਬ ਭਵਨ ਦੇ ਵਿੱਚ ਬੈਠ ਕੇ ਅਸੀਂ ਬਹੁਤ ਮਿਹਨਤਾਂ ਕੀਤੀਆਂ। ਕਿਹਾ ਜਾਂਦਾ ਸੀ ਆ ਕੱਚੇ ਅਧਿਆਪਕਾਂ ਦੇ ਕੁਝ ਸਾਥੀ ਵੀ ਜਦੋਂ ਮੈਨੂੰ ਮਿਲੇ, ਜਦੋਂ ਅਸੀਂ 5 ਸਤੰਬਰ ਨੂੰ ਐਲਾਨ ਕਰਤਾ, ਇਹਨੇ ਵੀ ਕਿਹਾ, ਕਹਿੰਦੇ ਜੀ ਅਸੀਂ ਧਰਨੇ ਜ਼ਰੂਰ ਦਿੰਦੇ ਸੀ ਪਰ ਕਿਤੇ ਸਾਨੂੰ ਦਿਲ 'ਚ ਪਤਾ ਸੀ ਕਿ ਸਾਡਾ ਕੰਮ ਹੋ ਨਹੀਂ ਸਕਦਾ। ਪਰ ਇਹ ਸਿਰਫ ਅਤੇ ਸਿਰਫ ਨੀਅਤ ਸੀ ਸਾਡੇ ਮੁੱਖ ਮੰਤਰੀ ਦੀ ਕਿ ਪਾਲਿਸੀ ਬਣਾ ਕੇ 5 ਸਤੰਬਰ ਨੂੰ ਟੀਚਰਸ ਡੇ ਵਾਲੇ ਦਿਨ, ਉਸ ਦਿਨ ਵੀ ਸਾਨੂੰ ਇਹ ਸੀਗਾ ਕਿ ਅੱਜ ਤੱਕ ਅਧਿਆਪਕ ਦਿਵਸ, ਪਹਿਲੀ ਗੱਲ ਤਾਂ ਕਦੀ ਵੀ ਅਧਿਆਪਕ ਦਿਵਸ ਤੇ ਮੁੱਖ ਮੰਤਰੀ ਨਹੀਂ ਆਏ। ਪਹਿਲੀ ਵਾਰੀ ਇਸ ਵਾਰੀ ਅਧਿਆਪਕ ਦਿਵਸ ਦੇ ਉੱਤੇ ਟੀਚਰਸ ਦੇ ਸਨਮਾਨ ਦੇ ਉੱਤੇ ਖੁਦ ਮੁੱਖ ਮੰਤਰੀ ਸਾਹਿਬ ਪਹੁੰਚੇ, ਮੇਰੇ ਹਲਕੇ 'ਚ ਪਹੁੰਚੇ, ਸਿੱਖਿਆ ਮੰਤਰੀ ਦੇ ਹਲਕੇ 'ਚ ਪਹੁੰਚੇ ਤੇ ਐਲਾਨ ਕਰ ਦਿੱਤਾ ਸਵੇਰੇ 9 ਵਜੇ ਕੈਬਨਿਟ ਬਣਾ ਕੇ ਕਿ ਪੰਜਾਬ ਦੇ ਜਿਹੜੇ ਕੱਚੇ ਟੀਚਰ ਉਹ ਪੱਕੇ ਕਰ ਦਿੱਤੇ ਜਾਣਗੇ। ਤੇ ਅੱਜ ਉਸ ਨੂੰ ਅਮਲੀ ਰੂਪ, ਕਿਉਂਕਿ ਬਹੁਤ ਸਾਰੀ ਪ੍ਰਕਿਰਿਆਵਾਂ ਹੁੰਦੀਆਂ, AG ਆਫਿਸ, LR ਆਫਿਸ, ਪਰਸੋਨਲ ਡਿਪਾਰਟਮੈਂਟ, FD ਡਿਪਾਰਟਮੈਂਟ, ਉਹ ਸਾਰੀ ਪ੍ਰਕਿਰਿਆ ਨੂੰ ਪੂਰੇ ਕਰਦੇ ਹੋਏ ਦਿਨ ਰਾਤ ਅਸੀਂ ਮਿਹਨਤ ਕੀਤੀ। ਅੱਜ ਨੋਟੀਫਿਕੇਸ਼ਨ ਪੰਜਾਬ ਸਰਕਾਰ ਦਾ ਮੇਰੇ ਹੱਥ ਵਿੱਚ ਹੈ ਜਿਸ ਦਾ ਬੈਨੀਫਿਟ 9000 ਤੋਂ ਵੱਧ ਟੀਚਰਸ ਨੂੰ ਹੋਊਗਾ, ਪਲੱਸ ਜਿਹੜੇ ਨਾਨ ਟੀਚਿੰਗ ਸਟਾਫ ਹੈ। ਮੈਂ ਦੱਸ ਦੇਵਾਂ ਜੀ, ਇਸ ਦੇ ਵਿੱਚ ਕੋਈ ਵੀ ਇੱਦਾਂ ਦੀ ਕੈਟੇਗਰੀ ਨਹੀਂ, ਬਹੁਤ ਸਾਰੀ ਭਰਮ, ਬਹੁਤ ਸਾਰੀ ਅਫਵਾਹਾਂ ਕਿ ਜੀ ਸਿਰਫ ਫਲਾਨੀ ਕੈਟੇਗਰੀ, ਨਹੀਂ, ਕੋਈ ਇੱਦਾਂ ਦੀ ਕੈਟੇਗਰੀ ਨੂੰ ਬਾਹਰ ਨਹੀਂ ਰੱਖਿਆ ਗਿਆ, ਕਿਸੇ ਨੂੰ ਬਾਹਰ ਨਹੀਂ ਕੀਤਾ ਗਿਆ। ਸਿੰਪਲ ਪਾਲਿਸੀ ਹੈ ਕਿ ਉਹਲੇ ਸੁਪਰੀਮ ਕੋਰਟ ਦੇ ਸਾਨੂੰ ਇਹ ਹੈ ਕਿ ਅਸੀਂ ਵਾਕਈ ਸਿਰਫ ਇਹ ਵੀ ਨੋਟੀਫਿਕੇਸ਼ਨ ਤੱਕ ਸੀਮਿਤ ਨਹੀਂ ਹੈ। ਅਗਰ ਇਸ ਨੂੰ ਬਚਾਉਣ ਦੇ ਲਈ ਕਿਤੇ ਵੀ ਜਾਣਾ ਪਿਆ ਸੁਪਰੀਮ ਕੋਰਟ ਤੱਕ ਜਾਵਾਂਗੇ, ਕਿਉਂਕਿ ਸਾਡੀ ਇੱਛਾ ਹੈ ਕਿ ਸਾਡੇ ਉਹਨਾਂ ਟੀਚਰਸ ਨੂੰ ਪੂਰੀ ਤਨਖਾਹ ਮਿਲੇ, ਬਣਦਾ ਸਨਮਾਨ ਮਿਲੇ। ਤਾਂ ਸੁਪਰੀਮ ਕੋਰਟ ਦੇਸ਼ ਤੇ ਪੰਜਾਬ ਦੇ ਸਾਰੇ ਵੱਡੇ ਵਕੀਲਾਂ ਤੋਂ ਸਲਾਹ ਲੈ ਕੇ ਬਹੁਤ ਮਿਹਨਤ ਕਰਕੇ ਪਾਲਿਸੀ ਬਣਾਈ ਹੈ ਤੇ ਇਸ ਦੇ ਵਿੱਚ ਤਾਂ ਕਿ ਕਿਸੇ ਵੀ ਤਰੀਕੇ ਨਾਲ ਇਹ ਚੈਲੰਜ ਨਾ ਹੋ ਸਕੇ ਤੇ ਵਾਕਈ ਟੀਚਰਸ ਨੂੰ ਲਾਹਾ ਮਿਲ ਸਕੇ। ਜਿਨ੍ਹਾਂ ਟੀਚਰਸ ਨੇ 10 ਸਾਲ ਮਹਿਕਮੇ ਨੂੰ ਸੇਵਾਵਾਂ ਦਿੱਤੀਆਂ ਬਿਨਾਂ ਕਿਸੇ ਬ੍ਰੇਕ ਤੋਂ, ਕੋਈ ਵੀ ਕੈਟੇਗਰੀ ਹੋਵੇ, ਉਹਨਾਂ ਨੂੰ ਸਿੰਪਲ ਅੱਜ ਤੋਂ ਬਾਅਦ ਇੱਕ ਫਾਰਮ ਭਰਨਾ ਪੈਣਾ, ਬੜਾ ਸਾਦਾ ਜਿਹਾ ਫਾਰਮ ਹੈ, ਉਹ ਫਾਰਮ ਭਰ ਕੇ ਮਹਿਕਮੇ 'ਚ ਜਮ੍ਹਾਂ ਕਰਾਉਣਾ ਪੈਣਾ ਤੇ ਉਹ ਰੈਗੂਲਰਾਈਜ਼ ਮੰਨੇ ਜਾਣਗੇ। ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਜਿੱਥੇ ਅੱਜ ਦੇਸ਼ ਦੇ ਵਿੱਚ ਬਾਕੀ ਸੂਬਿਆਂ ਦੇ ਵਿੱਚ ਟੀਚਰਸ ਦੀ ਅਸਾਮੀਆਂ ਖਤਮ ਕੀਤੀ ਜਾ ਰਹੀਆਂ। ਇੱਕ ਪਾਸੇ ਅਸੀਂ 9000 ਤੋਂ ਵੱਧ ਟੀਚਰ ਪੱਕੇ ਕੀਤੇ, ਨਾਲ ਹੀ ਤਕਰੀਬਨ 16000 ਹੋਰ, ਜਿਨ੍ਹਾਂ ਦੇ ਵਿੱਚੋਂ 6000 ਟੀਚਰ ਸਕੂਲਾਂ 'ਚ ਆ ਚੁੱਕੇ ਹੈ ਤੇ 10000 ਦੀ ਭਰਤੀ ਚੱਲਦੀ ਪਈ ਹੈ। 16000 ਨਵੇਂ ਟੀਚਰ ਵੀ ਆ ਰਹੇ ਹੈ। ਇਸ ਦੇ ਨਾਲ ਹੀ ਕਿਉਂਕਿ ਉਸ ਸਬ ਕਮੇਟੀ ਦਾ ਮੈਂ ਮੈਂਬਰ ਹਾਂ ਤਾਂ ਬਤੌਰ ਆਪਣੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਸਾਰੇ ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਇਹ ਆਸ਼ਵਾਸਨ ਦਵਾਉਂਦਾ ਹੈ ਕਿ ਸਿੱਖਿਆ ਸਭ ਤੋਂ ਅਹਿਮ ਮਹਿਕਮਾ ਹੈ। ਇਸ ਪਾਲਿਸੀ ਦਾ ਵੀ ਜਿਹੜਾ ਨਾਮ ਰੱਖਿਆ ਗਿਆ ਉਹ ਪਾਲਿਸੀ ਫॉर द ਵੈਲਫੇਅਰ ਆਫ ਐਡਹੌਕ ਕੰਟਰੈਕਚੁਅਲ ਟੈਂਪਰੇਰੀ ਟੀਚਰਸ ਨੇਸ਼ਨ ਬਿਲਡਰਸ, ਕਿਉਂਕਿ ਇਹ ਦੇਸ਼ ਦੇ ਨਿਰਮਾਤਾ ਹੈ। ਇਹ ਪਾਲਿਸੀ ਇੱਕ ਮਦਰ ਪਾਲਿਸੀ ਹੈ। ਇੱਕ ਵਾਰੀ ਇਹ ਪਾਲਿਸੀ ਕਾਮਯਾਬ ਹੋ ਜਾਵੇ, ਇਸੀ ਪਾਲਿਸੀ ਦੇ ਤਹਿਤ ਬਾਕੀ ਮਹਿਕਮਿਆਂ ਦੇ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਪੱਕਾ ਕਰ ਦਿੱਤਾ ਜਾਊਗਾ ਤੇ ਸਾਡੀ ਨੀਅਤ ਸਾਫ਼ ਹੈ 6 ਮਹੀਨੇ ਦੇ ਵਿੱਚ
6 ਮਹੀਨੇ ਦੇ ਵਿੱਚ ਅੱਜ ਨੋਟੀਫਿਕੇਸ਼ਨ ਜਾਰੀ ਹੈ। ਨੋਟੀਫਿਕੇਸ਼ਨ ਮੇਰੇ ਹੱਥ 'ਚ ਹੈ। ਜਦੋਂ ਕੋਈ ਨੋਟੀਫਿਕੇਸ਼ਨ ਹੋ ਜਾਂਦਾ ਉਹ ਇੱਕ ਕਾਨੂੰਨ ਦਾ ਰੂਪ ਉਸੇ ਵਕਤ ਪੂਰੇ ਉਹਦੀ ਇਨਫੋਰਮੇਸ਼ਨ ਹੋ ਜਾਂਦੀ ਹੈ ਤੇ ਇਹ ਇੱਕ ਬੜੀ ਵੱਡੀ ਕਾਮਯਾਬੀ ਹੈ। ਤੇ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਤੇ ਸਾਰੇ ਉਹਨਾਂ ਮੁਲਾਜ਼ਮਾਂ ਦਾ, ਸਾਰੇ ਉਹਨਾਂ ਟੀਚਰਸ ਦਾ। ਕੁਝ ਸਾਥੀ ਅੱਜ ਵੀ ਇੱਥੇ ਪਹੁੰਚੇ ਹੈ, ਇਸ ਤੋਂ ਪਹਿਲਾਂ ਹੁਣੀ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲੇ ਹੈ। ਇਹਨਾਂ ਲਈ ਬੜੇ ਭਾਵਕ ਪਲ ਨੇ ਕਿਉਂਕਿ ਕਈ ਟੀਚਰਸ ਨੇ ਮੈਨੂੰ ਆ ਕੇ ਦੱਸਿਆ ਉਹਨੇ ਆਸ ਛੱਡ ਦਿੱਤੀ ਸੀ। ਉਹਨਾਂ ਦੇ ਬੱਚੇ ਵੀ ਉਹਨਾਂ ਦਾ ਮਜ਼ਾਕ ਬਣਾਉਂਦੇ ਸੀ ਕਿ ਤੁਸੀਂ ਕਦੀ ਪੱਕੇ ਹੋਵੋਗੇ ਜਾਂ ਸਿਰਫ ਧਰਨਿਆਂ ਨੂੰ ਦੋਗੇ। ਇੱਕ ਸਾਥੀ ਆਏ, ਉਹਨੇ ਮੈਨੂੰ ਦਿਖਾਇਆ ਕਿ ਉਹਨਾਂ ਦਾ ਵੀਜ਼ਾ ਲੱਗ ਚੁੱਕਿਆ ਸੀ। ਸੋਚਿਆ ਕਿ ਮੈਂ ਬਾਹਰ ਜਾ ਕੇ ਕਿਸੇ ਖਾੜੀ ਮੁਲਕ ਦੇ ਵਿੱਚ, ਕਿਸੇ ਅਰਬ ਕੰਟਰੀ ਵਿੱਚ ਜਾ ਕੇ ਮੈਂ ਉੱਥੇ ਦਿਹਾੜੀ ਕਰੂੰਗਾ, ਵੀਜ਼ਾ ਲੱਗਿਆ ਹੋਇਆ ਦਿਖਾਇਆ। ਤਾਂ ਇੱਥੋਂ ਇਹ ਵੀ ਆਸ ਛੱਡ ਚੁੱਕੇ ਸੀ। ਇਹਨਾਂ ਸਭ ਦੇ ਲਈ ਬੜੇ ਭਾਵੁਕ ਪਲ ਹੈ ਤੇ ਇਹ ਸਾਡੀ ਸਰਕਾਰ ਵੱਲੋਂ। ਤੇ ਇਸ ਤੋਂ ਇਲਾਵਾ ਹੋਰ ਵੀ ਕੰਪਿਊਟਰ ਟੀਚਰਸ, ਉਹਨਾਂ ਦੀ ਵੀ 16 ਸਾਲਾਂ ਤੋਂ ਮੰਗ ਹੈ, ਉਹ ਵੀ ਅਸੀਂ ਪੂਰੀ ਕਰ ਰਹੇ ਹਾਂ। ਟਰਾਂਸਫਰ ਪਾਲਿਸੀ ਬਹੁਤ ਲੰਬੇ, ਕਿਉਂਕਿ 1.25 ਲੱਖ ਮੁਲਾਜ਼ਮਾਂ ਦਾ ਮਹਿਕਮਾ ਹੈ, ਸਭ ਤੋਂ ਵੱਧ ਵਰਕਫੋਰਸ ਇਸ ਮਹਿਕਮੇ ਦੇ ਵਿੱਚ ਹੈ। ਤਾਂ ਬਹੁਤ ਜਲਦੀ 2-4 ਦਿਨਾਂ ਦੇ ਵਿੱਚ ਹੀ ਟਰਾਂਸਫਰ ਪੋਰਟਲ ਵੀ ਖੁੱਲ ਰਿਹਾ ਤੇ ਉਹਦੇ ਵਿੱਚ ਵੀ ਬਹੁਤ ਸਾਰੇ ਸੁਧਾਰ ਕੀਤੇ ਗਏ ਨੇ। ਡਿਸਟੈਂਸ ਵਾਈਜ਼ ਜਿਹੜਾ ਬੰਦਾ ਆਪਣੇ ਘਰ ਤੋਂ 200 ਕਿਲੋਮੀਟਰ ਦੂਰ ਕੰਮ ਕਰਦਾ ਉਹਨੂੰ ਬੈਨੀਫਿਟ ਮਿਲੂਗਾ। ਅਗਰ ਕੋਈ ਵੀ ਮੁਲਾਜ਼ਮ ਵਿਡੋ ਹੋ ਜਾਂਦੇ ਹੈ, ਡਾਈਵੋਰਸੀ ਹੈ, 40% ਤੋਂ ਵੱਧ ਹੈਂਡੀਕੈਪਡ ਹੈ, ਬਲਾਈਂਡ ਹੈ, ਕਿਸੇ ਦਾ ਬੱਚਾ ਬਹੁਤ ਸੀਰੀਅਸਲੀ ਬਿਮਾਰ ਹੈ, ਫੌਜੀਜ਼ ਨੇ ਜਿਹੜੇ ਸਾਡੇ ਸਪੈਸ਼ਲ ਏਰੀਆਜ਼ ਦੇ ਵਿੱਚ ਕੰਮ ਕਰ ਰਹੇ, ਉਹਨਾਂ ਦੀ ਵਾਈਫ, ਉਹਨਾਂ ਨੂੰ ਸਾਰਿਆਂ ਨੂੰ ਸਪੈਸ਼ਲ ਰਿਆਇਤਾਂ ਦੇ ਦਿੱਤੀਆਂ। ਜਿਹੜੇ ਸਰਕਾਰੀ ਟੀਚਰਸ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪੜ੍ਹਾਉਣਗੇ ਉਹਨਾਂ ਨੂੰ ਹੋਰ ਟਰਾਂਸਫਰ, ਇੱਦਾਂ ਦੀ ਇੱਕ ਬਹੁਤ ਹੀ ਰੈਵੋਲੂਸ਼ਨਰੀ, ਬਹੁਤ ਹੀ ਵਧੀਆ ਟਰਾਂਸਫਰ ਪਾਲਿਸੀ, ਉਸ ਦੇ ਉੱਤੇ ਵੀ ਸਾਡੇ ਮਹਿਕਮੇ ਨੇ ਬਹੁਤ ਕੰਮ ਕੀਤਾ। ਉਹ ਵੀ ਅੱਜ ਕੱਲ੍ਹ ਦੇ ਵਿੱਚ ਆ ਜੂਗੀ ਤੇ ਪੋਰਟਲ ਬਹੁਤ ਜਲਦੀ ਖੁੱਲ੍ਹ ਜਾਊਗਾ। ਇਹ ਸਾਰਾ ਕੁਝ ਕਿਉਂਕਿ ਇਕੱਲੇ ਇਮਾਰਤਾਂ ਦੇ ਨਾਲ, ਜਿੱਥੇ ਅਸੀਂ ਇਮਾਰਤਾਂ ਵਧੀਆ ਬਣਾ ਰਹੇ ਹਾਂ, ਜਦੋਂ ਤੱਕ ਮੇਰੇ ਟੀਚਰ ਖੁਸ਼ ਨਹੀਂ ਹੋਣਗੇ ਤਾਂ ਇਸ ਮਹਿਕਮੇ ਦੇ ਵਿੱਚ ਸੁਧਾਰ ਨਹੀਂ ਆ ਸਕਦਾ। ਇਹ ਅੱਜ ਇਸ ਕਰਕੇ ਸਾਡੇ ਮਹਿਕਮੇ ਲਈ, ਪੰਜਾਬ ਸਰਕਾਰ ਲਈ ਬੜਾ ਖੁਸ਼ੀ ਦਾ ਦਿਨ ਹੈ ਤੇ ਮੈਨੂੰ ਆਸ ਹੈ ਕਿ ਇਸੀ ਪਾਲਿਸੀ ਦੇ ਤਹਿਤ ਬਾਕੀ ਸਾਰੇ ਮਹਿਕਮੇ ਦੇ ਮੁਲਾਜ਼ਮਾਂ ਨੂੰ ਵੀ ਇਦਾਂ ਦੀ ਖੁਸ਼ਖਬਰੀ ਜਲਦੀ ਮਿਲੂਗੀ ਜੀ। ਬਹੁਤ ਬਹੁਤ ਧੰਨਵਾਦ। ਤੁਸੀਂ ਜਿਵੇਂ ਦੱਸਿਆ ਕਿ 10 ਸਾਲ ਬਾਅਦ ਇੱਕ ਫਾਰਮ ਭਰਨਾ, ਹੋਰ ਕੀ ਕੰਡੀਸ਼ਨਸ ਹੈ? ਕੋਈ ਕ੍ਰਾਈਟੇਰੀਆ ਨਹੀਂ ਜੀ, ਸਿੰਪਲ ਕ੍ਰਾਈਟੇਰੀਆ। ਜਿਨ੍ਹਾਂ ਨੇ ਵੀ 10 ਸਾਲ ਜਿਹਨਾਂ ਨੂੰ ਕੰਟੀਨਿਊਸਲੀ ਹੋ ਗਏ ਹੈ ਉਹ ਇਸ ਦੇ ਤਹਿਤ ਅਪਲਾਈ ਕਰ ਸਕਦੇ ਹੈ। ਦੈਟ ਇਜ਼ ਦ ਮੇਨ ਕ੍ਰਾਈਟੇਰੀਆ। ਸੈਲਰੀ ਬੇਸਿਕ ਆ ਜਾਂਦੀ ਹੈ ਜਦੋਂ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਂਦਾ ਹੈ। ਜਿਹੜੇ ਮੁਲਾਜ਼ਮ ਸਪੋਜ਼ ਕਰੋ 20,000 30,000 ਤੇ ਚਲੇ ਗਏ, ਇਹ ਤਾਂ ਨਹੀਂ ਕਿ 10,000 ਤੇ ਜਾਂ 12,000 15,000 ਤੇ ਆ ਜਾਣਗੇ ਬੇਸਿਕ ਤੇ। ਨਹੀਂ ਜੀ, ਇਹਨਾਂ ਦੀ ਪਹਿਲੀ ਗੱਲ ਤਾਂ ਇਹ ਹੈ ਜੀ, ਇਹਨਾਂ ਦੀ ਸੈਲਰੀਜ਼ ਆਲਰੇਡੀ ਬਹੁਤ ਘੱਟ ਹੈ। ਕੋਈ 6,000 ਤੇ, ਕੋਈ 8,000 ਤੇ, ਕੋਈ 9,000 ਤੇ, ਕੋਈ 12,000 ਤੇ। ਤਾਂ ਇਹਨਾਂ ਸਾਰਿਆਂ ਨੂੰ ਜਿਹੜੀ ਹੈ ਇਮੀਡੀਏਟਲੀ ਬੇਸਿਕ ਪੇ ਹੋ ਜੂਗੀ। ਬਟ ਜਿੱਦਾਂ ਹੀ ਇਹ ਪ੍ਰੋਬੇਸ਼ਨ ਕਰ ਲੈਣਗੇ ਤਾਂ ਜੋ ਇੱਕ ਬਾਕੀ ਟੀਚਰਾਂ ਨੂੰ ਤਨਖਾਹ ਹੋ, ਇਹਨਾਂ ਨੂੰ ਤਨਖਾਹ ਮਿਲੂਗੀ। ਪਰ ਇਹਨਾਂ ਦੇ ਵਿੱਚ ਕੁਝ ਇਹ ਵੀ ਹੋਣਗੇ ਨਾ ਜਿਹੜੇ 30,000 ਜਾਂ 40,000 ਵੀ ਲੈ ਰਹੇ ਨੇ। ਕਈ ਕ੍ਰਾਈਟੇਰੀਆ ਜਿਵੇਂ ਨਾਨ ਟੀਚਿੰਗ ਸਟਾਫ ਵੀ ਇਹਦੇ ਵਿੱਚ ਹੋ ਸਕਦਾ ਕਵਰ ਹੁੰਦਾ ਹੋਵੇ, ਉਹਨਾਂ ਦੀ ਸੈਲਰੀ ਜਿਹੜੀ ਉਹ 30+ ਵੀ ਹੈਗੀ ਆ, ਉਹਨਾਂ ਦੀ ਸੈਲਰੀ ਉਹੀ ਰਹੇਗੀ ਜਾਂ ਉਹਨਾਂ ਨੂੰ ਪ੍ਰੋਬੇਸ਼ਨ ਤੇ ਆਉਣਾ ਪਏਗਾ? ਮਤਲਬ ਉਹਨਾਂ ਦੀ ਜੋ ਇਸ ਨੂੰ ਅਪਲਾਈ ਕਰੂਗਾ ਜੀ, ਕਿਉਂਕਿ ਮੈਂ ਫਿਰ ਦੱਸ ਰਿਹਾ ਤੁਹਾਨੂੰ, ਸਾਡੀ ਮਨਸ਼ਾ ਇਹ ਹੈ ਕਿ ਖੜੇ ਪਾਲਿਸੀ ਜਾ ਕੇ ਕੋਰਟਾਂ ਦੇ ਵਿੱਚ ਜਾਂ ਕਿਤੇ ਵੀ ਖੜੇ ਤਾਂ ਇਸ ਨੂੰ ਜਿਹੜਾ ਹੈ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ ਉਸ ਦੇ ਤਹਿਤ, ਜੋ ਪੁਰਾਣੇ ਕੇਸ ਲੋ ਹੈ ਉਸ ਦੇ ਤਹਿਤ ਬਣਾਇਆ ਗਿਆ। ਕਿਉਂਕਿ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ, ਇਸ ਤੋਂ ਪਹਿਲਾਂ ਵੀ ਐਕਟ ਬਣੇ ਨੇ, 2016 ਦੇ ਵਿੱਚ ਬਣਾ ਦਿੱਤਾ ਗਿਆ, ਪਰ ਉਸ ਦਾ ਕਿਸੇ ਨੂੰ ਲਾਹਾ, ਇੱਕ ਵੀ ਮੁਲਾਜ਼ਮ ਨੂੰ ਲਾਹਾ ਨਹੀਂ ਹੋਇਆ। ਜਾਂਦੇ ਜਾਂਦੇ ਸਾਰੇ ਪੰਜਾਬ ਦੇ ਬੋਰਡ ਰੰਗ ਤੇ ਚੰਨੀ ਸਾਹਿਬ ਕਹਿ ਗਏ ਜੀ ਮੈਂ ਪੱਕੇ ਕਰ ਗਿਆ, ਪਰ ਇੱਕ ਵੀ ਟੀਚਰ ਦੱਸ ਦੇਵੇ ਉਸ ਦਾ ਲਾਹਾ ਨਹੀਂ ਹੋਇਆ। ਇਸ ਕਰਕੇ ਇਸ ਪਾਲਿਸੀ ਨੂੰ ਉਸ ਤਹਿਤ ਬਣਾਇਆ ਗਿਆ ਕਿ ਮੇਰੇ ਟੀਚਰਸ ਨੂੰ ਵਾਕਈ ਇਹਨਾਂ ਦਾ ਲਾਹਾ ਮਿਲੇ ਤੇ ਅਸਲੀ ਕਾਮਯਾਬੀ ਮੈਂ ਉਸ ਦਿਨ ਸਮਝੂਗਾ ਜਦੋਂ ਇਹਨਾਂ ਦੇ ਖਾਤਿਆਂ ਦੇ ਵਿੱਚ ਪੂਰੀ ਤਨਖਾਹ ਆਣੀ ਸ਼ੁਰੂ ਹੋ ਜੂਗੀ। ਮੰਤਰੀ ਸਾਹਿਬ ਤੁਹਾਡੇ ਪਹਿਲੇ ਸਰ ਅਸੀਂ ਦੇਖੋ, ਤੁਸੀਂ ਜਿਹੜਾ ਹੈ ਐਜ਼ ਅ ਜਰਨਲਿਸਟ, ਤੁਸੀਂ ਨਾਗਰਿਕ ਵੀ ਹੋ ਤੇ ਮੈਨੂੰ ਲੱਗਦਾ ਸਾਨੂੰ ਆਪਣੇ ਹਾਈ ਕੋਰਟਸ ਦਾ ਬਹੁਤ ਸਨਮਾਨ ਕਰਨਾ ਚਾਹੀਦਾ। ਤੁਹਾਡੇ ਪ੍ਰਸ਼ਨ ਤੋਂ ਐਂ ਲੱਗ ਰਿਹਾ ਕਿ ਜਿਵੇਂ ਤੁਸੀਂ ਐਂਟੀ ਹਾਈ ਕੋਰਟ। ਪਹਿਲੀ ਗੱਲ, ਹਾਈ ਕੋਰਟ ਇੱਕ ਬਹੁਤ ਐਜ਼ ਅ ਮੈਂ ਕਹਿੰਦਾ ਵਕਾਲਤ ਵੀ ਕੀਤੀ ਹੈ। ਹਾਈ ਕੋਰਟ ਦਾ ਕੋਈ ਵੀ ਜਿਹੜਾ ਫੈਸਲਾ ਹੈ ਉਹ ਸਭ ਦੇ ਉੱਤੇ ਲਾਗੂ ਹੁੰਦਾ ਜੀ, ਅਸੀਂ ਸਤਿਕਾਰ ਕਰਦੇ ਹਾਂ ਤੇ ਉਸ ਦੇ ਵਿੱਚ ਇਹ ਹੁੰਦਾ ਕਿ ਸਰਕਾਰ ਆਪਣਾ ਪੱਖ ਰੱਖੇ। ਮੈਂ ਜਿਵੇਂ ਤੁਹਾਨੂੰ ਦੱਸਿਆ, ਇਸ ਨੂੰ ਬਣਾਉਣ ਦੇ ਲਈ ਅਸੀਂ ਬਹੁਤ ਨੀਅਤ ਸਾਫ਼ ਹੈ, ਸਾਡੀ ਨੀਅਤ ਖੋਟ ਨਹੀਂ। ਜਿਹੜੀ 276 ਉਹਦੇ ਵਿੱਚ ਵੀ ਨੀਅਤ ਬਹੁਤ ਸਾਫ਼ ਹੈ। ਅਸੀਂ ਆਪਣੇ ਵੱਲੋਂ ਆਪਣਾ ਕਰਮ ਕੀਤਾ ਜੀ, ਬਾਕੀ ਹੁਣ ਕੋਰਟ ਦੇ ਉੱਤੇ ਸਾਡੇ ਜਿਹੜੇ AG ਆਫਿਸਰ ਰੱਖੂਗਾ ਆਪਣੀ